गुरु साहब की साजी नवाजी साध संग जीओ दशमेश पिता गुरु महाराज की बख्शी हुई फतेह का जवाब फतेह ना दो। सारे जाने गज वज के आखो जी वाहिगुरू जी का खालसा वाहिगुरू जी की फतेह। साध संग जी अज असीं तुहानूं लैके चलांगे पटना साहब लुधियाने तो आपां यात्रा शुरू करे हैं। पूरा जथा अपने नाल आ। इस जथे विच आपां सज्जे हत्थ तो शुरू होईए तो जेई प्रदीप सिंह जी आ, उन्हां नाल भाई साहब साडे ये भैन जी आ सतनाम सिंह वीर जी गिल, कुलविंदर सिंह सैनी, अमरीत सिंह इंजीनियरिंग वर्कशाप वाले। आओ आपां शुरू करते हैं सफ़र। अगे जाके फिर आपां किसी गुरुद्वारे फिर मिलांगे जो भी रास्ते च पड़ाव आऊगा। वाहिगुरू जी का खालसा वाहिगुरू जी की फतेह। गुरु साहब की साजी नौजी साध संग जीओ दशमेश पिता गुरु महाराज की बख्शी हुई मुकदस फतेह का जवाब फतेह ना दो। सारे जाने आखो जी वाहिगुरू जी का खालसा वाहिगुरू जी की फतेह। साध संग जी आपां लुधियाने तो निकले सीगे श्री पटना साहब की यात्रा वास्ते। आपां पटना साहब सब तो पहला आपां तख्त ते आए हाँ जो कि सिखा के 5 तख्तों में एक है पटना साहब। आप इस गुरुद्वारे के दर्शन भी करते हैं तो नाल नाल आप इतिहास तो भी जाणू होवांगे। यह पटना साहब गंगा नदी के किनारे उत्ते वसिया होया शहर है जो कि बहुत ही सोहनी रमणीक एरिया है। यह जगह गुरु साहिबां दे मुबारक चरणों की शोह नाल चप्पा चप्पा पवित्र है। आओ आप इतिहास के नाल जुड़ते नाले आप गुरुद्वारा साहब के दर्शन करते हाँ। इतिहास तो जाणू कराउण वास्ते सानू तख्त पटना साहब के जथेदार सरदार भाई रणजीत सिंह जी गौरे मस्किन साडे नाल हन जो कि संगतां नाल इतिहास की सांझ पाउणगे और आप सब संगतां दे दर्शन भी करनगे। खालसा जी वाहिगुरू जी का खालसा वाहिगुरू जी की फतेह। सिंह ट्रैवल च तुहाडा स्वागत है जी। संगतां दे नाल इतिहास की सांझ पाओ खालसा जी। वाहिगुरू जी का खालसा वाहिगुरू जी की फतेह। तखत श्री हरिमंदर जी पटना साहिब सिख जगत दे 5 पावन सर्वोच्च अस्थान 5 तख्तां चों दूजा सर्वोच्च तख्त है। श्री अकाल तख्त साहब तो बाद दूसरा तख्त है। इस तो बाद फिर केसगढ़ साहिब, आनंदपुर साहिब, हजूर साहिब ते दमदमा साहिब। ये
ਪਟਨਾ ਨਗਰ ਬਹੁਤ ਪੁਰਾਤਨ ਹੈ। ਵੱਖ-ਵੱਖ ਸਮੇਂ ਵੱਖ-ਵੱਖ ਇਹਦੇ ਨਾਮ ਰਹੇ ਨੇ। ਪਾਟਲੀਪੁੱਤਰ ਇਹਦਾ ਨਾਮ ਰਿਹਾ, ਬਿਸ਼ੰਬਰਪੁਰ ਇਹਦਾ ਨਾਮ ਰਿਹਾ, ਪੋਹਪਵਤੀ ਤੇ ਕੁਸਮਵਤੀ ਵੀ ਇਹਦਾ ਨਾਮ ਰਿਹਾ, ਪਰ ਕਦੀ ਇਸ ਦੇ ਨਾਮ ਨਾਲ ਸਾਹਿਬ ਸ਼ਬਦ ਨਹੀਂ ਜੁੜਿਆ। ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪੈਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਪਰਿਵਾਰ ਸਮੇਤ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਨਮ ਇਸ ਥਾਂ 'ਤੇ ਹੋਇਆ। ਉਸ ਤੋਂ ਫਿਰ ਇਹਦੇ ਨਾਮ ਨਾਲ ਪਟਨਾ ਸਾਹਿਬ ਸ਼ਬਦ ਜੁੜ ਗਿਆ। ਮਤਲਬ ਇੱਕ ਮਾਮੂਲੀ ਨਾਮ ਵਾਲੇ ਨਗਰ ਦੇ ਨਾਲ ਸਾਹਿਬ ਪਦ ਸਤਿਗੁਰੂ ਜੀ ਦੇ ਆਉਣ ਨਾਲ ਇੱਥੇ ਜੁੜਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ 1723 ਵਿੱਚ ਭਾਵ 1666 ਈਸਵੀ 'ਚ ਇੱਥੇ ਹੋਇਆ। ਜਦ ਆਪ ਗੁਰਤਾ ਗੱਦੀ 'ਤੇ ਬਿਰਾਜੇ ਨੇ, ਉਸ ਤੋਂ ਬਾਅਦ ਪੂਰਬ ਦੀ ਯਾਤਰਾ ਆਪ ਜੀ ਨੇ ਪ੍ਰਾਰੰਭ ਕੀਤੀ। ਵੱਖ-ਵੱਖ ਸਥਾਨਾਂ 'ਤੇ ਠਹਿਰਦੇ ਹੋਏ ਸਾਸਾਰਾਮ ਆਦਿਕ, ਪ੍ਰਯਾਗਰਾਜ ਆਦਿਕ ਤੇ ਮਹਾਰਾਜ ਜੀ ਇੱਥੇ ਪਟਨਾ ਸਾਹਿਬ ਪਹੁੰਚੇ ਨੇ। ਇਹ ਪਟਨਾ ਸਾਹਿਬ ਸਿੱਖ ਜਗਤ ਦਾ, ਸਿੱਖੀ ਦਾ ਇੱਕ ਗੜ੍ਹ ਰਿਹਾ। ਇਹਦੇ ਚਾਰੋਂ ਪਾਸੇ ਅੱਜ ਵੀ ਕਾਫੀ ਸਾਰੇ ਨਗਰ ਨੇ ਜੋ ਪੂਰੇ ਦੇ ਪੂਰੇ ਸਿੱਖਾਂ ਦੇ ਹੀ ਨਗਰ ਨੇ, ਜਿਵੇਂ ਕਠਿਆਰ ਹੈ, ਲక్ష్ਮੀਪੁਰ ਹੈ, ਹੋਰ ਇਤਿਹਾਦਕ ਨਗਰ ਹਨ। ਇੱਥੇ ਜਦ ਸਾਹਿਬਜ਼ਾਦੇ ਸ਼ਹੀਦ ਹੋਏ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਔਰ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ, ਤਾਂ ਇੱਥੋਂ ਦਾ ਜਿਹੜਾ ਸਤਿਗੁਰੂ ਜੀ ਦਾ ਨਿਵਾਜਿਆ ਹੋਇਆ ਖਾਲਸਾ ਪੰਥ ਸੀ, ਸਿੱਖ ਸੇਵਕ ਸਨ, ਉਹਨਾਂ ਵਿੱਚ ਇੰਨਾ ਵੱਡਾ ਪ੍ਰਤੀਕਰਮ ਹੋਇਆ ਕਿ ਉਹਨਾਂ ਨੇ ਇੱਥੇ 4 ਛਾਉਣੀਆਂ ਸਨ ਔਰੰਗਜ਼ੇਬ ਦੀ ਸੈਨਾ ਦੀਆਂ, ਉਹ ਚਾਰੇ ਹੀ ਉਹਨਾਂ ਨੇ ਜੰਗ ਕਰਕੇ ਖ਼ਤਮ ਕਰ ਦਿੱਤੀਆਂ ਸਨ। ਉਹਨਾਂ ਦੇ ਨਾਮ 'ਤੇ ਇੱਥੇ ਨਗਰ ਹਨ ਲਾਗੇ ਲਾਗੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬਾਬਾ ਜੁਝਾਰ ਸਿੰਘ ਨਗਰ, ਬਾਬਾ ਜ਼ੋਰਾਵਰ ਸਿੰਘ ਨਗਰ ਔਰ ਬਾਬਾ ਫਤਿਹ ਸਿੰਘ ਨਗਰ, ਜਿਸ ਬਾਰੇ ਸਿੱਖ ਸੰਗਤਾਂ ਘੱਟ ਜਾਣਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਚਰਨ ਪਾਏ। ਉਹਨਾਂ ਦੇ ਅਨੰਨ ਸੇਵਕ ਸਨ ਭਾਈ ਜੈਤਮਲ, ਜਿਹਨੂੰ ਜਗਤਾ ਸੇਠ ਵੀ ਕਹਿੰਦੇ। ਉਸ ਨੇ ਇੱਛਾ ਪ੍ਰਗਟ ਕੀਤੀ ਕਿ ਮਹਾਰਾਜ ਮੈਂ ਤੁਹਾਡੇ ਚਰਨਾਂ 'ਤੇ ਸਿਰ ਰੱਖ ਕੇ ਆਪਣੇ ਪ੍ਰਾਣ ਤਿਆਗਣਾ ਚਾਹੁੰਦਾ, ਅਤੇ ਸਤਿਗੁਰੂ ਜੀ ਨੇ ਫਰਮਾਇਆ ਕਿ 9ਵੇਂ ਜਾਮੇ ਵਿੱਚ ਆਵਾਂਗੇ, ਉਦੋਂ ਤੱਕ ਤੁਹਾਡੀ ਉਮਰ ਹੈ। ਭਾਰਤੀ ਸੰਸਕ੍ਰਿਤੀ ਵਿੱਚ ਗੰਗਾ ਦਰਿਆ ਨੂੰ ਬਹੁਤ ਪਵਿੱਤਰ ਦਰਿਆ ਮੰਨਦੇ ਨੇ ਔਰ ਹਿਮਾਲਿਆ ਆਦਿਕ ਪਹਾੜੀਆਂ 'ਚੋਂ ਵਹਿੰਦੇ ਹੋਏ, ਗੰਗੋਤਰੀ ਤੋਂ ਨਿਕਲਦੇ ਹੋਏ ਕਾਫੀ ਸਾਰੀਆਂ ਜੜੀਆਂ ਬੂਟੀਆਂ ਦਾ ਇਸ ਪਾਣੀ ਨੂੰ ਸਪਰਸ਼ ਮਿਲਦਾ, ਜਿਸ ਕਰਕੇ ਇਹਨੂੰ ਰੋਗ ਨਿਵਾਰਣੀ ਧਾਰਾ ਵੀ ਕਹਿੰਦੇ। ਭਾਗੀਰਥ ਰਿਸ਼ੀ ਨਾਲ ਇਹਦਾ ਇਤਿਹਾਸ ਜੁੜਦਾ ਹੈ। ਇਹ ਕੋਈ ਤਕਰੀਬਨ 2480 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ, ਗੰਗੋਤਰੀ ਤੋਂ ਲੈ ਕੇ ਤੇ ਉਗਲੀ ਤੱਕ। ਫਿਰ ਇਹ ਪੱਛਮੀ ਬੰਗਾਲ ਵਿੱਚ ਸਾਗਰ ਵਿੱਚ ਲੀਨ ਹੋ ਜਾਂਦੀ ਹੈ। ਇਹਦੇ ਸਾਰੇ ਇਤਨੇ ਲੰਬੇ ਡੈਲਟਾ ਵਿੱਚ ਜਿੱਥੋਂ ਲੰਘ ਕੇ ਆਉਂਦੀ ਹੈ, ਕਿਧਰੇ ਵੀ ਐਸਾ ਇਤਿਹਾਸ ਨਹੀਂ ਹੈ ਕਿ ਭਾਰਤ ਦੇ ਲੋਕ ਇਹਦੇ ਵਿੱਚ ਜਾ ਕੇ ਇਸ਼ਨਾਨ ਨਾ ਕਰਦੇ ਰਹੇ ਹੋਣ। ਪਰ ਪਟਨਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਿੱਖ ਦਾ ਇਸ਼ਨਾਨ ਕਰਾਉਣ ਲਈ ਇਹ ਆਪ ਹਰ ਰੋਜ਼ ਗੰਗਾ ਜਿਹੜੀ ਹੈ ਉਹ ਆਉਂਦੀ ਹੈ। ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਮਹੱਤਵ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈਗਾ ਵਡਿਆਈ ਦਾ ਕਰਮ, ਉਹ ਕਿੰਨਾ ਵੱਡਾ ਹੈ। ਸਤਿਗੁਰੂ ਜੀ ਪਹਿਲਾਂ ਇੱਥੇ ਨਗਰ ਵਿੱਚ ਆਏ ਤੇ ਭਾਈ ਮਰਦਾਨੇ ਨੂੰ ਇੱਕ ਲਾਲ ਦੇ ਕੇ ਉਹਨਾਂ ਨੇ ਭੇਜਿਆ, ਜੋ ਸਭ ਤੋਂ ਪਹਿਲਾਂ ਸੁਨਿਆਰਾ ਸੀ ਮੁਰਲੀਧਰ, ਉਹਦੇ ਸੰਪਰਕ ਵਿੱਚ ਆਏ ਭਾਈ ਮਰਦਾਨਾ। ਕਥਾ ਲੰਬੀ ਚੌੜੀ ਹੈ ਵੀ ਉਹ ਬਜਾਜ ਕੋਲ ਗਏ, ਉਹ ਸਬਜ਼ੀ ਫਰੋਸ਼ ਕੋਲ ਗਏ। ਪਟਨਾ ਸਾਹਿਬ ਦਾ ਬਾਜ਼ਾਰ ਜ਼ਿਆਦਾਤਰ ਲੰਬਾ ਹੈ, ਕਿਉਂਕਿ ਦੋਵੇਂ ਪਾਸੇ 2 ਦਰਿਆ ਨੇ, ਇੱਕ ਗੰਗਾ ਹੈ, ਇੱਕ ਪੁੰਨ ਨਦੀ, ਅਤੇ ਇਹਦੇ ਕੋਲ ਇੱਥੇ ਜਗ੍ਹਾ ਘੱਟ ਹੋਣ ਕਰਕੇ ਇਹ ਇੱਕ ਤਰ੍ਹਾਂ ਦਾ ਆਈਲੈਂਡ ਹੈ ਜਿਹੜਾ ਪਟਨਾ ਸ਼ਹਿਰ ਹੈ। ਤੋ ਦਰਿਆ ਦੋਵੇਂ ਪਾਸੇ ਹੋਣ ਕਰਕੇ ਇਹ ਜ਼ਿਆਦਾਤਰ ਸ਼ਹਿਰ ਲੰਬਾਈ ਵਿੱਚ ਹੈ। ਇਹਦਾ ਸਾਰਾ ਬਾਜ਼ਾਰ ਪਹਿਲਾਂ ਪਟਨੇ ਦਾ ਇੱਕੋ ਹੀ ਸੀ, ਜਿਹਨੂੰ ਰਾਜਪਥ ਕਹਿੰਦੇ ਸਨ, ਜੋ ਤਖਤ ਪਟਨਾ ਸਾਹਿਬ ਜੀ ਦੇ ਚਰਨ ਚੁੰਮ ਕੇ ਅੱਗੇ ਲੰਘ ਜਾਂਦਾ ਹੈ। ਤੋ ਇੱਥੇ
ਲੰਬੀ ਚੌੜੀ ਗਾਥਾ ਹੈ ਵੀ ਉਹ ਸਬਜ਼ੀ ਫਰੋਸ਼ ਕੋਲ ਗਏ ਭਾਈ ਮਰਦਾਨਾ ਜੀ, ਫਿਰ ਕੱਪੜੇ ਵਾਲੇ ਕੋਲ ਗਏ, ਉਹਨਾਂ ਵੱਖ-ਵੱਖ ਕਿਹਾ ਵੀ ਇਹਦਾ ਤਾਂ ਇੰਨਾ ਕੀ ਮੁੱਲ ਹੈ, ਜਾਂ ਇਹ ਤਾਂ ਇਹੋ ਜਿਹੀਆਂ ਤਾਂ ਆਮ ਪੱਥਰ ਸਾਨੂੰ ਗੰਗਾ 'ਚ ਮਿਲ ਜਾਂਦੇ ਨੇ। ਅਤੇ ਜਦ ਭਾਈ ਮੁਰਲੀ ਧਰ ਸੁਨਿਆਰੇ ਨੇ ਦੇਖਿਆ, ਉਹਨੇ ਕਿਹਾ ਵੀ ਚੀਜ਼ ਕੋਈ ਖ਼ਾਸ ਹੈ, ਪਰ ਮੈਨੂੰ ਨਹੀਂ ਪਤਾ ਵੀ ਇਹਦਾ ਇਹ ਕੀ ਹੈ ਅਸਲੀਅਤ ਤੇ ਕੀ ਹੈ, ਇਹਦਾ ਮੁੱਲ ਕੀ ਹੈ। ਮੈਂ ਤੈਨੂੰ ਜਿਹੜਾ ਤੂੰ ਲੰਗਰ ਪਾਣੀ ਛਕ ਤੇ ਮੈਂ ਤੈਨੂੰ ਸਾਲਸਰਾਏ ਜੌਹਰੀ, ਇੱਥੋਂ ਦਾ ਪਟਨੇ ਦਾ ਸਭ ਤੋਂ ਵੱਡਾ ਸਨਮਾਨਯੋਗ ਜੌਹਰੀ ਹੈ, ਉਹ ਹੀਰੇ ਜਵਾਹਰਾਤ ਦਾ ਕੰਮ ਕਰਦਾ, ਆਪਾਂ ਉਹਦੇ ਕੋਲ ਤੈਨੂੰ ਲੈ ਕੇ ਚੱਲਦੇ। ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਭੋਜਨ ਬਾਅਦ ਵਿੱਚ ਛਕ ਲਵਾਂਗੇ, ਪਹਿਲੇ ਉਹਦੇ ਕੋਲ ਹੀ ਚੱਲੋ। ਤੋ ਇੱਥੇ ਜਿੱਥੇ ਤੁਸੀਂ ਅੱਜ ਬੈਠੇ ਹੋ, ਮਹਾਰਾਜ ਦੇ ਅਸਥਾਨ ਦੀ ਯਾਤਰਾ ਕਰ ਰਹੇ ਹੋ, ਇੱਥੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਏ। ਉਸ ਵੇਲੇ ਨੌਕਰ ਸੀ ਉਹਦਾ ਮੁਨਸ਼ੀ ਅਦਰਕਾ, ਉਸਨੇ ਦੇਖਿਆ ਤਾਂ ਉਸਨੇ ਕਿਹਾ ਵੀ ਵਾਕਈ ਹੈ ਤਾਂ ਇਹ ਕੀਮਤੀ, ਪਰ ਮੈਂ ਇਸ ਤਰ੍ਹਾਂ ਦਾ ਕਦੀ ਦੇਖਿਆ ਨਹੀਂ ਹੈ, ਇਹ ਸੇਠ ਜੀ ਆਉਣਗੇ ਅਤੇ ਉਹ ਦੇਖਣਗੇ। ਫਿਰ ਉਹਨਾਂ ਦੇਖਿਆ ਤਾਂ ਉਹ ਕਿਹਾ ਵੀ ਇਹਦਾ ਤਾਂ ਮੁੱਲ ਹੀ ਕੋਈ ਨਹੀਂ, ਕਿਹਦਾ ਲਾਲ ਹੈ। ਫਿਰ ਉਸਨੇ ਦੱਸਿਆ ਵੀ ਇਹ ਮੇਰਾ ਨਹੀਂ ਹੈ, ਗੁਰੂ ਨਾਨਕ ਦੇਵ ਜੀ ਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਪ੍ਰਚਾਰ ਦੀ ਪਹਿਲੀ ਮੰਜੀ ਇੱਥੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਾਲਸਰਾਏ ਜੌਹਰੀ ਨੂੰ ਦਿੱਤੀ, ਗੁਰਮਤਿ ਪ੍ਰਚਾਰ ਦੀ। ਇਹ ਤਖਤ ਥਾਪਿਆ ਮਹਾਰਾਜ। ਔਰ ਇਸ ਤਰ੍ਹਾਂ ਫਿਰ 1666 ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਸਮੇਤ ਮਾਮਾ ਕਿਰਪਾਲ ਚੰਦ ਜੀ, ਗੁਰੂ ਤੇਗ ਬਹਾਦਰ ਜੀ ਦੇ ਧੰਨ ਜਨਨੀ ਮਾਤਾ ਨਾਨਕੀ ਜੀ, ਔਰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਸਾਹਿਬਾ ਅਤੇ ਸਵੈਮ ਸਤਿਗੁਰੂ ਅਤੇ ਮਾਮਾ ਕਿਰਪਾਲ ਚੰਦ, ਇਹ 4 ਮੈਂਬਰ ਪਰਿਵਾਰ ਦੇ ਇੱਥੇ ਆਏ ਸਨ। ਫਿਰ ਮਹਾਰਾਜ ਜੀ ਦਾ ਇੱਥੇ ਜਨਮ ਹੋਇਆ ਅਤੇ 5 ਮੈਂਬਰ ਪਰਿਵਾਰ ਦੇ ਹੋਏ। ਔਰ ਉਸ ਵੇਲੇ ਤੋਂ ਲੈ ਕੇ ਇਹ ਸਿੱਖ ਜਗਤ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਹ ਅਸਥਾਨ ਜਿਹੜਾ ਹੈ ਉਹ ਵੱਡਾ ਸਨਮਾਨ ਰੱਖਦਾ ਹੈ, ਅਤੇ ਅੱਜ ਵੀ ਇਸ ਦਾ ਵੱਡਾ ਸਨਮਾਨ ਹੈ। ਇੱਥੇ ਮਹਾਰਾਜ ਜੀ ਨੇ ਬਹੁਤ ਕੌਤਕ ਵਰਤਾਏ ਨੇ, ਜਿਵੇਂ ਕੰਗਣ ਗੰਗਾ ਵਿੱਚ ਸੁੱਟ ਦੇਣੇ, ਉਹ ਦਰਅਸਲ ਮਹਾਰਾਜ ਨੇ ਇੱਥੇ ਰੱਖੇ ਹੋਏ ਨੇ ਵੀ ਇਹ ਸਿੱਖਾਂ ਦੇ ਕੰਮ ਆਉਣਗੇ, ਸੰਗਤਾਂ ਦੇ ਕੰਮ ਆਉਣਗੇ। ਉਹਦੀ ਬਰਕਤ ਅਸੀਂ ਦੇਖ ਰਹੇ ਹਾਂ, ਰੋਜ਼ ਨਵੀਆਂ ਇਮਾਰਤਾਂ ਬਣ ਰਹੀਆਂ ਨੇ, ਨਵੇਂ ਅਸਥਾਨ ਬਣ ਰਹੇ ਨੇ। ਔਰ ਇਸ ਢੰਗ ਦੇ ਨਾਲ ਫਿਰ ਰਾਣੀ ਮੈਣੀ ਦੇ ਮਹਾਰਾਜ ਨੇ ਚਰਨ ਪਾਏ, ਬਿਸੰਬਰੀ ਦੇਵੀ ਜਿਨ੍ਹਾਂ ਦਾ ਨਾਮ ਸੀ, ਔਰ ਫਤਿਹ ਚੰਦ ਉਹਨਾਂ ਦੇ ਪਤੀ ਦਾ ਨਾਮ ਸੀ। ਉਹਨਾਂ ਦੀ ਅਨੰਤ ਜਨਮਾਂ ਤੋਂ ਗੋਦ ਸਖਣੀ ਚੱਲੀ ਆ ਰਹੀ ਸੀ, ਗੋਦ ਨੂੰ ਭਾਗ ਨਹੀਂ ਲੱਗਦਾ ਸੀ। ਉਹਨਾਂ ਨੂੰ ਮਹਾਰਾਜ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝ ਲਓ। ਤਾਂ ਮਹਾਰਾਜ ਦੀਆਂ 2 ਮਾਵਾਂ, ਇੱਕ ਸਤਿਗੁਰੂ ਜੀ ਦੇ ਜਨਮ ਦੇਣ ਵਾਲੇ ਮਾਤਾ ਗੁਜਰੀ ਜੀ, ਔਰ ਇੱਕ ਉਹਨਾਂ ਦੀ ਮੂੰਹ ਬੋਲੀ ਮਾਂ ਮਾਤਾ ਮੈਣੀ, ਉਹਨਾਂ ਦਾ ਸਥਾਨ ਹੈ। ਇਸੇ ਤਰ੍ਹਾਂ ਜਦ ਪਰਿਵਾਰ ਦੇ 5 ਮੈਂਬਰ ਗੁਰੂ ਤੇਗ ਬਹਾਦਰ ਆਸਾਮ ਤੋਂ ਵਾਪਸ ਆਏ ਅਤੇ ਗੁਰੂ ਕੇ ਬਾਗ ਚਰਨ ਪਏ, ਅਤੇ ਉਹ ਸੁੱਕਾ ਬਾਗ ਜਿਹੜਾ ਸੀ ਉਹ ਹਰਾ ਹੋ ਗਿਆ। ਉਹ ਗੁਰੂ ਕਾ ਬਾਗ ਅਸਲ ਵਿੱਚ ਉਹ ਕਰੀਮ ਬਖਸ਼ ਅਤੇ ਰਹੀਮ ਬਖਸ਼ 2 ਭਰਾਵਾਂ ਦਾ ਬਾਗ ਸੀ, ਉਹਨਾਂ ਨੇ ਸਤਿਗੁਰੂ ਜੀ ਨੂੰ ਭੇਟ ਕਰ ਦਿੱਤਾ। ਇਸੇ ਤਰ੍ਹਾਂ ਗੁਰਦੁਆਰਾ ਹਾਂਡੀ ਸਾਹਿਬ ਹੈ, ਜਿੱਥੇ ਗਰੀਬ ਮਾਤਾ ਸੀ ਜੋ ਉਡੀਕਦੀ ਰਹਿੰਦੀ ਸੀ, ਬਈ ਮੇਰੇ ਕੋਲ ਜਾਇਆ ਤਾਂ ਨਹੀਂ ਜਾਣਾ, ਮੈਂ ਕੀ ਲੈ ਕੇ ਜਾਵਾਂ। ਉੱਥੇ ਤਾਂ ਬੜੀਆਂ ਬੜੀਆਂ ਭੇਟਾਂ ਲੈ ਕੇ ਲੋਕ ਜਾਂਦੇ ਨੇ, ਰਾਜਾ ਫਤਿਹ ਚੰਦ ਵਗੈਰਾ ਸਾਰੇ ਮਹਾਰਾਜ ਦੇ ਸੇਵਕ ਨੇ, ਅਤੇ ਮੇਰੇ ਗਰੀਬ ਕੋਲ ਕੱਪੜੇ ਵੀ ਨਹੀਂ, ਅਤੇ ਪਰ ਪ੍ਰੇਮ ਅੰਦਰ ਬਹੁਤ ਸੀ। ਅਤੇ ਸਤਿਗੁਰੂ ਪੰਜਾਬ ਨੂੰ ਜਾਂਦੇ ਹੋਏ ਖੁਦ ਉਹਦੇ ਘਰ ਠਹਿਰੇ, ਅਤੇ ਉਸਨੇ ਮਹਾਰਾਜ ਨੇ ਆਵਾਜ਼ ਦਿੱਤੀ ਤਾਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ। ਉਹ ਸਤਿਗੁਰੂ ਕਹਿਣ ਲੱਗੇ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ, ਅਤੇ ਲਿਆਓ ਜੋ ਬਣਿਆ। ਉਹ ਕਹਿਣ ਲੱਗੀ ਮੇਰੇ ਕੋਲ ਤਾਂ ਕੁਝ ਹੈ ਨਹੀਂ, ਦੇਗਾ ਵੀ ਜਿਹੜਾ ਜਿਹਦੇ 'ਚ ਖਿਚੜੀ ਬਣਾਉਣੀ ਉਹ ਵੀ ਟੁੱਟਿਆ ਹੋਇਆ। ਮਹਾਰਾਜ ਕਹਿਣ ਲੱਗੇ ਤੁਸੀਂ ਉਹ ਹਾਂਡੀ ਲਿਆਓ। ਦੇਗੇ ਨੂੰ ਇੱਧਰ ਦੀ ਭਾਸ਼ਾ 'ਚ ਹਾਂਡੀ ਕਹਿੰਦੇ, ਅਤੇ ਉਹ ਟੁੱਟਿਆ ਹੋਇਆ ਦੇਗਾ ਹਾਂਡੀ ਲਿਆਈ, ਅਤੇ ਮਹਾਰਾਜ ਨੇ ਉਹਦੇ 'ਚੋਂ ਹੀ ਇਸ ਤਰ੍ਹਾਂ ਭਰ ਕੇ ਬੁੱਕ 'ਤੇ ਖਿਚੜੀ ਛਕੀ। ਤੋ ਇਹ ਸਤਿਗੁਰੂ ਜੀ ਦਾ ਬੜਾ ਵੱਡਾ ਇਤਿਹਾਸਕ ਅਸਥਾਨ ਹੈ, ਸਾਰੀ ਦੁਨੀਆ 'ਤੇ ਪੂਜਨੀਕ ਹੈ, ਔਰ ਖਾਲਸਾ ਪੰਥ ਦਾ ਤਾਂ ਇਹ ਦੂਜਾ ਤਖਤ ਹੈ। ਇਸ ਕਰਕੇ ਇਸ ਅਸਥਾਨ ਦੀ ਮਹਿਮਾ ਨਿਰਾਲੀ ਹੈ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਾਵੋ। ਸਾਧ ਸੰਗਤ ਜੀ, ਭਾਈ ਸਾਹਿਬ ਹੋਣਾ ਨੇ ਆਪਾਂ ਨੂੰ ਇਤਿਹਾਸ ਸਰਵਣ ਕਰਵਾਇਆ। ਅਸੀਂ ਉਮੀਦ ਕਰਦੇ ਹਾਂ ਕਿ ਆਪ ਸਭ ਜੀ ਇਤਿਹਾਸ ਸੁਣ ਕੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹੋਵੋਗੇ, ਔਰ ਬੇਨਤੀ ਕਰਦੇ ਹਾਂ ਕਿ ਹੋਰ ਵੀ ਸੰਗਤਾਂ ਦੇ ਨਾਲ ਇਹ ਇਤਿਹਾਸ ਦੀ ਸਾਂਝ ਪਾਓ, ਜਾਣੀ ਕਿ ਸ਼ੇਅਰ ਕਰੋ।
ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਜਾਂ ਹੋਰ ਵੀ ਕਿਤੇ ਵੀ ਦੂਰ ਦਰਾਡੇ ਨੇੜੇ ਬੈਠੀਆਂ ਸੰਗਤਾਂ, ਜਦੋਂ ਵੀ ਕਿਤੇ ਤੁਹਾਡਾ ਸਮਾਂ ਬਣਦਾ ਹੈਗਾ ਬਿਹਾਰ ਵਿਖੇ ਆਉਣ ਦਾ, ਜਾਂ ਗੁਰੂ ਮਹਾਰਾਜ ਕਿਰਪਾ ਕਰਦੇ ਹਨ, ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੋ। ਜਿੱਦਾਂ ਭਾਈ ਸਾਹਿਬ ਹੁਣੇ ਦੱਸਿਆ ਕਿ ਇਹ ਦੂਜਾ ਤਖਤ ਹੈ ਸਿੱਖਾਂ ਦਾ, ਜਿਹਨੂੰ ਕਿ ਆਪਾਂ ਸੁਪਰੀਮ ਕੋਰਟ ਕਹਿੰਦੇ ਹਾਂ। ਜ਼ਰੂਰ ਦਰਸ਼ਨ ਲਈ ਆਓ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।